ਸਤਿ ਸ੍ਰੀ ਅਕਾਲ। ਕਦੇ ਸੋਚਿਆ ਹੈ ਇੱਕ ਅਜਿਹੀ ਦੁਨੀਆ ਬਾਰੇ ਜਿੱਥੇ ਹਰ ਕਿਤਾਬ ਨੂੰ ਹੱਥ ਨਾਲ ਲਿਖਣਾ ਪੈਂਦਾ ਸੀ, ਜਿੱਥੇ ਗਿਆਨ ਕੁਝ ਗਿਣੇ-ਚੁਣੇ ਮਹਿਲਾਂ ਤੇ ਮੱਠਾਂ ਦੀਆਂ ਕੰਧਾਂ ਵਿੱਚ ਹੀ ਕੈਦ ਸੀ, ਅਤੇ ਫਿਰ ਇੱਕ ਮਸ਼ੀਨ ਆਉਂਦੀ ਹੈ, ਇੱਕ ਅਜਿਹੀ ਮਸ਼ੀਨ ਜੋ ਆਪਣੇ ਆਪ ਹੀ ਗਿਆਨ ਦੀਆਂ ਹਜ਼ਾਰਾਂ ਕਾਪੀਆਂ ਬਣਾ ਦਿੰਦੀ ਹੈ ਤੇ ਵਿਚਾਰਾਂ ਨੂੰ ਹਰ ਇੱਕ ਤੱਕ ਪਹੁੰਚਾ ਦਿੰਦੀ ਹੈ। ਇਹੀ ਤਾਂ ਸੀ ਪ੍ਰਿੰਟਿੰਗ ਪ੍ਰੈਸ ਦੀ ਅਸਲ ਤਾਕਤ। ਚਲੋ ਅੱਜ ਇਸ ਸਫ਼ਰ ਤੇ ਚੱਲਦੇ ਹਾਂ ਤੇ ਸਮਝਦੇ ਹਾਂ ਕਿ ਕਿਵੇਂ ਸਿਆਹੀ ਤੇ ਕਾਗਜ਼ ਨੇ ਸਾਡੀ ਦੁਨੀਆ ਨੂੰ ਹਮੇਸ਼ਾ ਲਈ ਬਦਲ ਕੇ ਰੱਖ ਦਿੱਤਾ। ਤਾਂ ਸਵਾਲ ਇਹੀ ਹੈ ਕਿ ਆਖਿਰ ਇੱਕ ਮਸ਼ੀਨ, ਥੋੜੀ ਜਿਹੀ ਸਿਆਹੀ ਤੇ ਕੁਝ ਧਾਤ ਦੇ ਟੁਕੜਿਆਂ ਨੇ ਮਿਲ ਕੇ ਸਮਾਜ, ਧਰਮ ਤੇ ਰਾਜਨੀਤੀ ਦੀਆਂ ਜੜ੍ਹਾਂ ਕਿਵੇਂ ਹਿਲਾ ਦਿੱਤੀਆਂ। ਦੇਖੋ, ਇਹ ਸਿਰਫ ਇੱਕ ਮਸ਼ੀਨ ਦੀ ਕਹਾਣੀ ਨਹੀਂ, ਇਹ ਤਾਂ ਵਿਚਾਰਾਂ ਨੂੰ ਖੰਭ ਲੱਗਣ ਦੀ ਕਹਾਣੀ ਹੈ। ਇਹ ਆਧੁਨਿਕ ਦੁਨੀਆ ਦੇ ਜਨਮ ਦੀ ਕਹਾਣੀ ਹੈ। ਆਓ ਇਸ ਫਰਕ ਨੂੰ ਥੋੜਾ ਹੋਰ ਗੌਰ ਨਾਲ ਸਮਝੀਏ। ਇੱਕ ਪਾਸੇ ਉਹ ਦੌਰ ਸੀ ਜਦੋਂ ਗਿਆਨ ਨਾਜ਼ੁਕ ਜੇ ਖਰੜਿਆਂ 'ਚ ਬੰਦ ਸੀ ਤੇ ਇੰਨਾ ਮਹਿੰਗਾ ਕਿ ਸਿਰਫ ਰਾਜੇ ਮਹਾਰਾਜੇ ਜਾਂ ਫਿਰ ਚਰਚ ਹੀ ਉਸ ਨੂੰ ਖਰੀਦ ਸਕਦੇ ਸਨ, ਤੇ ਦੂਜੇ ਪਾਸੇ ਪ੍ਰਿੰਟਿੰਗ ਪ੍ਰੈਸ ਨੇ ਉਸੇ ਗਿਆਨ ਨੂੰ ਸਸਤਾ, ਤੇਜ਼ ਅਤੇ ਹਰ ਆਮ ਇਨਸਾਨ ਦੀ ਪਹੁੰਚ ਦੇ ਅੰਦਰ ਲਿਆ ਦਿੱਤਾ। ਇਹ ਬਿਲਕੁਲ ਉਵੇਂ ਸੀ ਜਿਵੇਂ ਕਿਸੇ ਹਨੇਰੇ ਕਮਰੇ ਵਿੱਚ ਅਚਾਨਕ ਰੋਸ਼ਨੀ ਦੀ ਇੱਕ ਤੇਜ਼ ਕਿਰਨ ਆ ਗਈ ਹੋਵੇ। ਤਾਂ ਫਿਰ ਪ੍ਰਿੰਟ ਤੋਂ ਪਹਿਲਾਂ ਦਾ ਸੰਸਾਰ ਅਸਲ ਵਿੱਚ ਸੀ ਕਿਹੋ ਜਿਹਾ? ਏਸ਼ੀਆ ਤੇ ਯੂਰਪ ਵਿੱਚ ਗਿਆਨ ਨੂੰ ਹੱਥ ਨਾਲ ਲਿਖੀਆਂ ਹੋਈਆਂ ਪਾਂਡੁਲਿਪੀਆਂ ਰਾਹੀਂ ਹੀ ਪੀੜ੍ਹੀ ਦਰ ਪੀੜ੍ਹੀ ਅੱਗੇ ਤੋਰਿਆ ਜਾਂਦਾ ਸੀ। ਤੁਸੀਂ ਸੋਚ ਕੇ ਦੇਖੋ, ਇਹ ਕਿੰਨਾ ਧੀਰਜ ਤੇ ਮਿਹਨਤ ਵਾਲਾ ਕੰਮ ਹੋਵੇਗਾ। ਇੱਕ-ਇੱਕ ਕਿਤਾਬ ਦੀ ਨਕਲ ਬਣਾਉਣ 'ਚ ਮਹੀਨੇ, ਕਈ ਵਾਰ ਤਾਂ ਸਾਲਾਂ ਬੱਧੀ ਲੱਗ ਜਾਂਦੇ ਸਨ। ਗਿਆਨ ਤਾਂ ਮੌਜੂਦ ਸੀ, ਪਰ ਉਸ ਤੱਕ ਪਹੁੰਚ ਬਹੁਤ ਹੀ ਸੀਮਿਤ ਲੋਕਾਂ ਦੀ ਸੀ। ਇੱਥੇ ਇੱਕ ਦਿਲਚਸਪ ਗੱਲ ਇਹ ਹੈ ਕਿ ਛਪਾਈ ਦਾ ਸਫ਼ਰ ਯੂਰਪ ਤੋਂ ਨਹੀਂ, ਸਗੋਂ ਏਸ਼ੀਆ ਤੋਂ ਸ਼ੁਰੂ ਹੋਇਆ। ਸਭ ਤੋਂ ਪਹਿਲਾਂ 594 ਈਸਵੀ ਵਿੱਚ ਚੀਨ ਨੇ ਲੱਕੜ ਦੇ ਬਲੌਕਾਂ ਨਾਲ ਛਪਾਈ ਦਾ ਤਰੀਕਾ ਲੱਭ ਲਿਆ। ਫਿਰ ਇਹੀ ਤਕਨੀਕ ਬੋਧੀ ਮਿਸ਼ਨਰੀਆਂ ਰਾਹੀਂ ਜਾਪਾਨ ਪਹੁੰਚੀ। 11ਵੀਂ ਸਦੀ ਤੱਕ ਸਿਲਕ ਰੋਡ ਰਾਹੀਂ ਕਾਗਜ਼ ਯੂਰਪ ਪਹੁੰਚ ਗਿਆ ਸੀ, ਅਤੇ ਫਿਰ 1295 ਵਿੱਚ ਮਾਰਕੋ ਪੋਲੋ ਛਪਾਈ ਦਾ ਇੱਕ ਕੀਮਤੀ ਗਿਆਨ ਆਪਣੇ ਨਾਲ ਇਟਲੀ ਲੈ ਆਇਆ। ਇਹ ਸਾਰੀਆਂ ਤਰੀਕਾਂ ਉਹ ਮੀਲ ਪੱਥਰ ਸਨ ਜਿਨ੍ਹਾਂ ਨੇ ਯੂਰਪ ਵਿੱਚ ਆਉਣ ਵਾਲੇ ਵੱਡੇ ਇਨਕਲਾਬ ਦੀ ਨੀਂਹ ਰੱਖੀ ਸੀ। ਭਾਵੇਂ ਛਪਾਈ ਬਾਰੇ ਥੋੜਾ ਬਹੁਤ ਗਿਆਨ ਯੂਰਪ ਪਹੁੰਚ ਚੁੱਕਾ ਸੀ, ਪਰ ਅਸਲੀ ਇਨਕਲਾਬ ਆਉਣਾ ਅਜੇ ਬਾਕੀ ਸੀ, ਅਤੇ ਇਸ ਇਨਕਲਾਬ ਦਾ ਸਿਹਰਾ ਜਾਂਦਾ ਹੈ ਜਰਮਨੀ ਦੇ ਇੱਕ ਸੁਨਿਆਰ ਜੋਹਾਨਸ ਗੁਟਨਬਰਗ ਨੂੰ, ਜਿਸ ਨੇ ਇੱਕ ਅਜਿਹੀ ਮਸ਼ੀਨ ਬਣਾਈ ਜਿਸ ਨੇ ਛਪਾਈ ਦੀ ਪੂਰੀ ਦੁਨੀਆ ਹੀ ਬਦਲ ਦਿੱਤੀ। ਤਾਂ ਸਵਾਲ ਇਹ ਹੈ ਕਿ ਇਹ ਮਸ਼ੀਨ ਕੰਮ ਕਿਵੇਂ ਕਰਦੀ ਸੀ? ਦੇਖੋ, ਗੁਟਨਬਰਗ ਨੇ ਜ਼ੈਤੂਨ ਦਾ ਤੇਲ ਕੱਢਣ ਵਾਲੀ ਇੱਕ ਪ੍ਰੈਸ ਤੋਂ ਆਈਡੀਆ ਲਿਆ, ਪਰ ਉਸ ਦਾ ਅਸਲ ਕਮਾਲ ਸੀ ਮੂਵੇਬਲ ਟਾਈਪ ਦੀ ਕਾਰਡ, ਯਾਨੀ ਹਰ ਇੱਕ ਅੱਖਰ ਲਈ ਧਾਤ ਦੇ ਵੱਖ-ਵੱਖ ਟੁਕੜੇ ਬਣਾਉਣਾ। ਇਸ ਦਾ ਸਿੱਧਾ ਮਤਲਬ ਇਹ ਸੀ ਕਿ ਹੁਣ ਪੂਰੇ ਪੰਨੇ ਨੂੰ ਲੱਕੜ ਤੇ ਖੋਦਣ ਦੀ ਕੋਈ ਲੋੜ ਨਹੀਂ ਸੀ। ਬਸ ਇਹਨਾਂ ਅੱਖਰਾਂ ਨੂੰ ਜੋੜ ਕੇ ਕੋਈ ਵੀ ਸ਼ਬਦ, ਕੋਈ ਵੀ ਵਾਕ ਜਾਂ ਕੋਈ ਵੀ ਕਿਤਾਬ ਤਿਆਰ ਕੀਤੀ ਜਾ ਸਕਦੀ ਸੀ। ਇਹੀ ਸੀ ਅਸਲ ਕ੍ਰਾਂਤੀ। ਸਾਲ 1448 ਤੱਕ ਗੁਟਨਬਰਗ ਨੇ ਆਪਣੀ ਇਸ ਪ੍ਰਿੰਟਿੰਗ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਮੁਕੰਮਲ ਕਰ ਲਿਆ ਸੀ। ਇਹ ਇੱਕ ਇਤਿਹਾਸਿਕ ਸਾਲ ਸੀ, ਇੱਕ ਅਜਿਹਾ ਮੋੜ ਜਿਸ ਨੇ ਆਉਣ ਵਾਲੇ ਸਮੇਂ ਦੀ ਪੂਰੀ ਦਿਸ਼ਾ ਹੀ ਤੈਅ ਕਰ ਦਿੱਤੀ। ਅਤੇ ਇਸ ਨਵੀਂ ਤਕਨੀਕ ਨਾਲ ਛਾਪੀ ਗਈ ਪਹਿਲੀ ਵੱਡੀ ਕਿਤਾਬ ਸੀ ਬਾਈਬਲ। ਹਾਂ, ਇਸ ਦੀਆਂ 180 ਕਾਪੀਆਂ ਤਿਆਰ ਕਰਨ ਵਿੱਚ 3 ਸਾਲ ਲੱਗੇ, ਪਰ ਉਸ ਸਮੇਂ ਦੇ ਹਿਸਾਬ ਨਾਲ ਇਹ ਕਿਸੇ ਚਮਤਕਾਰ ਤੋਂ ਘੱਟ ਨਹੀਂ ਸੀ। ਸੋਚੋ, ਜਿੰਨੇ ਸਮੇਂ ਵਿੱਚ ਕੋਈ ਲਿਖਾਰੀ ਹੱਥ ਨਾਲ ਬਾਈਬਲ ਦੀ ਸਿਰਫ ਇੱਕ ਕਾਪੀ ਤਿਆਰ ਕਰਦਾ, ਓਨੇ ਹੀ ਸਮੇਂ ਵਿੱਚ ਗੁਟਨਬਰਗ ਦੀ ਪ੍ਰੈਸ 180 ਕਾਪੀਆਂ ਛਾਪ ਚੁੱਕੀ ਸੀ। ਗੁਟਨਬਰਗ ਦੀ ਇਹ ਕਾਰਡ ਸਿਰਫ ਇੱਕ ਮਸ਼ੀਨ ਨਹੀਂ ਸੀ, ਸਗੋਂ ਇਹ ਤਾਂ ਵਿਚਾਰਾਂ ਨੂੰ ਬਣਾਉਣ ਵਾਲੀ ਇੱਕ ਫੈਕਟਰੀ ਬਣ ਗਈ ਸੀ। ਜਦੋਂ ਕਿਤਾਬਾਂ ਦੇ ਪਰਚੇ ਆਮ ਲੋਕਾਂ ਦੇ ਹੱਥਾਂ ਵਿੱਚ ਪਹੁੰਚਣ ਲੱਗੇ, ਤਾਂ ਇਸ ਨੇ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਬਦਲਾਅ ਦੀ ਇੱਕ ਅਜਿਹੀ ਲੜੀ ਸ਼ੁਰੂ ਕਰ ਦਿੱਤੀ ਜਿਸ ਨੇ ਯੂਰਪ ਦਾ ਨਕਸ਼ਾ ਹਮੇਸ਼ਾ ਲਈ ਬਦਲ ਦਿੱਤਾ। ਇਸ ਦਾ ਸਭ ਤੋਂ ਪਹਿਲਾ ਤੇ ਸਭ ਤੋਂ ਗਹਿਰਾ ਅਸਰ ਪਿਆ ਧਰਮ ਉੱਤੇ। ਧਰਮ ਸੁਧਾਰਕ ਮਾਰਟਿਨ ਲੂਥਰ ਨੇ ਆਪਣੇ ਵਿਚਾਰਾਂ ਨੂੰ ਛਪਵਾ ਕੇ ਪੂਰੇ ਯੂਰਪ ਵਿੱਚ ਫੈਲਾਇਆ, ਜਿਸ ਨਾਲ ਪ੍ਰੋਟੈਸਟੈਂਟ ਸੁਧਾਰ ਲਹਿਰ ਨੂੰ ਜ਼ਬਰਦਸਤ ਤਾਕਤ ਮਿਲੀ। ਉਹ ਪ੍ਰਿੰਟ ਦੀ ਤਾਕਤ ਨੂੰ ਚੰਗੀ ਤਰ੍ਹਾਂ ਸਮਝ ਗਿਆ ਸੀ। ਜਿਵੇਂ ਉਸਦੇ ਸ਼ਬਦ ਦੱਸਦੇ ਨੇ, ਛਪਾਈ ਰੱਬ ਦਾ ਸਭ ਤੋਂ ਵੱਡਾ ਤੋਹਫਾ ਹੈ। ਤਾਂ ਫਿਰ ਇਹ ਬਦਲਾਵ ਆਇਆ ਕਿਵੇਂ? ਸਭ ਤੋਂ ਪਹਿਲਾਂ ਲੋਕ ਸਿਰਫ ਸੁਣਨ ਵਾਲੇ ਨਹੀਂ ਰਹੇ, ਉਹ ਪੜ੍ਹਨ ਵਾਲੇ ਬਣ ਗਏ। ਪਹਿਲਾਂ ਉਹ ਉਹੀ ਸੁਣਦੇ ਸਨ ਜੋ ਰਾਜਾ ਜਾਂ ਪਾਦਰੀ ਦੱਸਦਾ ਸੀ, ਪਰ ਹੁਣ ਉਹ ਖੁਦ ਪੜ੍ਹ ਕੇ, ਸੋਚ ਕੇ ਆਪਣੇ ਵਿਚਾਰ ਬਣਾ ਸਕਦੇ ਸਨ। ਇਸ ਨਾਲ ਬਹਿਸ ਦੀ ਤਰਕ ਦਾ ਇੱਕ ਨਵਾਂ ਸੱਭਿਆਚਾਰ ਸ਼ੁਰੂ ਹੋਇਆ। ਵੋਲਟੇਅਰ ਤੇ ਰੂਸੋ ਵਰਗੇ ਕ੍ਰਾਂਤੀਕਾਰੀ ਵਿਚਾਰਕਾਂ ਦੇ ਵਿਚਾਰ ਆਮ ਲੋਕਾਂ ਤੱਕ ਪਹੁੰਚ ਗਏ। ਕਈ ਇਤਿਹਾਸਕਾਰ ਤਾਂ ਇਹ ਵੀ ਮੰਨਦੇ ਹਨ ਕਿ ਜੇ ਪ੍ਰਿੰਟਿੰਗ ਪ੍ਰੈਸ ਨਾ ਹੁੰਦੀ ਤਾਂ ਸ਼ਾਇਦ ਫਰਾਂਸੀਸੀ ਇਨਕਲਾਬ ਵੀ ਕਦੇ ਨਾ ਹੁੰਦਾ।
ਚਲੋ ਹੁਣ ਗੱਲ ਕਰਦੇ ਹਾਂ ਆਪਣੇ ਦੇਸ਼ ਭਾਰਤ ਦੀ। ਜਦੋਂ ਇਹ ਇਨਕਲਾਬੀ ਲਹਿਰ ਭਾਰਤ ਪਹੁੰਚੀ ਤਾਂ ਇੱਥੇ ਕੀ ਹੋਇਆ? ਜਦੋਂ ਇਹ ਵਿਸ਼ਵਵਿਆਪੀ ਕ੍ਰਾਂਤੀ ਇੱਥੇ ਆਈ ਤਾਂ ਇਸਨੇ ਇੱਥੋਂ ਦੇ ਸਮਾਜ, ਧਰਮ ਅਤੇ ਆਜ਼ਾਦੀ ਦੇ ਸੰਗਰਾਮ ਤੇ ਇੱਕ ਬਹੁਤ ਹੀ ਖਾਸ ਅਤੇ ਡੂੰਘਾ ਅਸਰ ਪਾਇਆ। ਭਾਰਤ ਵਿੱਚ ਪਹਿਲੀ ਪ੍ਰਿੰਟਿੰਗ ਪ੍ਰੈਸ 16ਵੀਂ ਸਦੀ ਵਿੱਚ ਪੁਰਤਗਾਲੀਆਂ ਰਾਹੀਂ ਗੋਆ ਵਿੱਚ ਆਈ। ਇਸ ਤੋਂ ਬਾਅਦ ਹੌਲੀ-ਹੌਲੀ ਸਥਾਨਕ ਭਾਸ਼ਾਵਾਂ ਵਿੱਚ ਛਪਾਈ ਸ਼ੁਰੂ ਹੋਈ। ਯਾਦ ਰੱਖੋ, 1579 ਵਿੱਚ ਕੋਚੀਨ ਵਿੱਚ ਪਹਿਲੀ ਤਾਮਿਲ ਕਿਤਾਬ ਛਪੀ ਅਤੇ 1713 ਵਿੱਚ ਪਹਿਲੀ ਮਲਿਆਲਮ। ਅਤੇ ਫਿਰ 1810 ਵਿੱਚ ਜਦੋਂ ਤੁਲਸੀਦਾਸ ਦੀ ਰਾਮਚਰਿਤਮਾਨਸ ਕਲਕੱਤਾ ਵਿੱਚ ਛਪੀ ਤਾਂ ਇਸਨੇ ਉੱਤਰੀ ਭਾਰਤ ਦੇ ਸਭ ਤੋਂ ਮਸ਼ਹੂਰ ਧਾਰਮਿਕ ਗ੍ਰੰਥਾਂ ਵਿੱਚੋਂ ਇੱਕ ਨੂੰ ਪਹਿਲੀ ਵਾਰ ਹਜ਼ਾਰਾਂ ਲੋਕਾਂ ਤੱਕ ਪਹੁੰਚਾ ਦਿੱਤਾ। ਪ੍ਰਿੰਟ ਨੇ ਭਾਰਤ ਵਿੱਚ ਸਮਾਜ ਸੁਧਾਰ ਦੀਆਂ ਲਹਿਰਾਂ ਨੂੰ ਇੱਕ ਬਹੁਤ ਹੀ ਸ਼ਕਤੀਸ਼ਾਲੀ ਪਲੇਟਫਾਰਮ ਦਿੱਤਾ। ਰਾਜਾ ਰਾਮ ਮੋਹਨ ਰਾਏ ਦਾ ਅਖਬਾਰ ਸੰਵਾਦ ਕੌਮੁਦੀ, ਜੋ 1821 ਵਿੱਚ ਸ਼ੁਰੂ ਹੋਇਆ, ਇਸ ਦੀ ਇੱਕ ਬਹੁਤ ਵੱਡੀ ਉਦਾਹਰਣ ਹੈ। ਇਸ ਦੇ ਜ਼ਰੀਏ ਉਨ੍ਹਾਂ ਨੇ ਸਤੀ ਪ੍ਰਥਾ ਤੇ ਮੂਰਤੀ ਪੂਜਾ ਵਰਗੀਆਂ ਕੁਰੀਤੀਆਂ ਖਿਲਾਫ ਇੱਕ ਜਨਤਕ ਬਹਿਸ ਛੇੜੀ, ਜਿਸ ਦਾ ਅਸਰ ਪੂਰੇ ਦੇਸ਼ ਨੇ ਮਹਿਸੂਸ ਕੀਤਾ। ਭਾਰਤ ਤੇ ਪ੍ਰਿੰਟ ਦਾ ਅਸਰ ਬਹੁਤ ਗਹਿਰਾ ਅਤੇ ਕਈ ਪੱਖਾਂ ਤੋਂ ਸੀ। ਇਸਨੇ ਧਾਰਮਿਕ ਬਹਿਸਾਂ ਨੂੰ ਤੇਜ਼ ਕੀਤਾ। ਜੋਤੀਬਾ ਫੂਲੇ ਨੇ 1871 ਵਿੱਚ ਆਪਣੀ ਕਿਤਾਬ ਗੁਲਾਮਗਿਰੀ ਰਾਹੀਂ ਜਾਤੀ ਪ੍ਰਥਾ ਦੇ ਜ਼ੁਲਮਾਂ ਨੂੰ ਲੋਕਾਂ ਸਾਹਮਣੇ ਰੱਖਿਆ। ਔਰਤਾਂ, ਜਿਨ੍ਹਾਂ ਨੂੰ ਸਿੱਖਿਆ ਤੋਂ ਦੂਰ ਰੱਖਿਆ ਜਾਂਦਾ ਸੀ, ਹੁਣ ਨਾ ਸਿਰਫ ਪੜ੍ਹਨ ਲੱਗੀਆਂ, ਸਗੋਂ ਆਪਣੀਆਂ ਕਹਾਣੀਆਂ ਲਿਖਣ ਵੀ ਲੱਗੀਆਂ। ਅਤੇ ਸਭ ਤੋਂ ਵੱਡੀ ਗੱਲ, ਪ੍ਰਿੰਟ ਨੇ ਰਾਸ਼ਟਰਵਾਦੀ ਵਿਚਾਰਾਂ ਨੂੰ ਦੇਸ਼ ਦੇ ਕੋਨੇ-ਕੋਨੇ ਤੱਕ ਪਹੁੰਚਾ ਕੇ ਆਜ਼ਾਦੀ ਦੀ ਲੜਾਈ ਦੀ ਨੀਂਹ ਨੂੰ ਹੋਰ ਮਜ਼ਬੂਤ ਕੀਤਾ। ਤਾਂ ਫਿਰ ਇਸ ਸਾਰੇ ਸਫ਼ਰ ਤੋਂ ਬਾਅਦ ਅਸੀਂ ਪ੍ਰਿੰਟ ਦੀ ਵਿਰਾਸਤ ਬਾਰੇ ਕੀ ਕਹਿ ਸਕਦੇ ਹਾਂ? ਜਿਵੇਂ ਅਸੀਂ ਦੇਖਿਆ, ਇਹ ਸਿਰਫ ਕਾਗਜ਼ ਤੇ ਸਿਆਹੀ ਲਾਉਣ ਦਾ ਕੰਮ ਨਹੀਂ ਸੀ। ਇਹ ਤਾਂ ਗਿਆਨ ਦਾ ਲੋਕਤੰਤਰੀਕਰਨ ਸੀ, ਵਿਚਾਰਾਂ ਦੀ ਆਜ਼ਾਦੀ ਸੀ, ਅਤੇ ਇਹੀ ਉਹ ਨੀਂਹ ਹੈ ਜਿਸ ਉੱਤੇ ਸਾਡਾ ਅੱਜ ਦਾ ਆਧੁਨਿਕ ਤੇ ਤਰਕਸ਼ੀਲ ਸੰਸਾਰ ਖੜਾ ਹੈ। ਅਤੇ ਇਹ ਗੱਲ ਸਾਨੂੰ ਅੱਜ ਦੇ ਦੌਰ ਦੇ ਇੱਕ ਬਹੁਤ ਵੱਡੇ ਸਵਾਲ ਤੇ ਲਿਆ ਕੇ ਖੜਾ ਕਰਦੀ ਹੈ। ਜਿਸ ਤਰ੍ਹਾਂ ਪ੍ਰਿੰਟ ਇਨਕਲਾਬ ਨੇ ਉਸ ਦੁਨੀਆ ਨੂੰ ਬਦਲਿਆ, ਉਸੇ ਤਰ੍ਹਾਂ ਅੱਜ ਇੰਟਰਨੈਟ ਤੇ ਸੋਸ਼ਲ ਮੀਡੀਆ ਦਾ ਇਹ ਡਿਜੀਟਲ ਇਨਕਲਾਬ ਸਾਡੇ ਸਮਾਜ, ਸਾਡੀ ਰਾਜਨੀਤੀ ਅਤੇ ਸਾਡੇ ਸੋਚਣ ਦੇ ਤਰੀਕੇ ਨੂੰ ਕਿਸ ਤਰ੍ਹਾਂ ਬਦਲ ਰਿਹਾ ਹੈ, ਇਹ ਇੱਕ ਸੋਚਣ ਵਾਲੀ ਗੱਲ ਹੈ। ਚੈਨਲ ਸਬਸਕ੍ਰਾਈਬ ਕਰੋ ਅੱਗੇ ਮਾਸਟਰ ਕੇਡਰ ਅਤੇ ਲੈਕਚਰਰ ਲਈ। ਹਮੇਸ਼ਾ ਯਾਦ ਰੱਖਣਾ, ਸਫਲਤਾ ਰੋਜ਼ਾਨਾ ਦੁਹਰਾਏ ਜਾਣ ਵਾਲੇ ਛੋਟੇ-ਛੋਟੇ ਯਤਨਾਂ ਦਾ ਜੋੜ ਹੈ। ਆਪਣੀ ਮਿਹਨਤ ਜਾਰੀ ਰੱਖੋ। ਧੰਨਵਾਦ।